ਸਤਿਗੁਰ ਕੀ ਪਾਕ ਅੰਮ੍ਰਿਤ ਬਾਣੀ ਦੇ ਅੰਦਰੋਂ ਇਹ ਅੰਮ੍ਰਿਤ ਬਚਨ ਜਿਨ੍ਹਾਂ ਸ਼ਬਦਾਂ ਨੂੰ ਅਸੀਂ ਅੱਜ ਵਿਚਾਰ ਰਹੇ ਹਾਂ ਸਾਧ ਸੰਗਤ, ਇਹਦੇ ਅੰਦਰ ਸ਼ਬਦ ਜਿਹੜਾ ਭਾਵ ਸਮਝ ਵਿੱਚ ਆਇਆ ਹੈ, ਇਹ ਭਾਵ ਇਹ ਨਿਕਲ ਕੇ ਆਉਂਦਾ ਹੈ ਵੀ ਇਹ ਜਿਹੜਾ ਸੰਸਾਰ ਆਪਾਂ ਆਪਣੀਆਂ ਅੱਖਾਂ ਨਾਲ ਤੱਕ ਰਹੇ ਹਾਂ, ਇਹ ਸੰਸਾਰ, ਇਹ ਜਗਤ ਕਿਹੋ ਜਿਹਾ ਹੈ, ਇਹ ਸੰਸਾਰ ਕੈਸਾ ਹੈ। ਅਸਲ ਵਿੱਚ ਸਾਧ ਸੰਗਤ, ਇਹ ਸੰਸਾਰ, ਇਹ ਜਗਤ ਜਿਹੋ ਜਿਹਾ ਅਸੀਂ ਆਪਣੀ ਅੱਖਾਂ ਨਾਲ ਵੇਖਦੇ ਹਾਂ ਉਹੋ ਜਿਹਾ ਨਹੀਂ। ਇਹ ਸੰਸਾਰ ਜਗਤ ਅਸਲ ਵਿੱਚ ਇਹੋ ਜਿਹਾ ਹੈ ਜਿਹੋ ਜੀ ਉਸ ਸੰਸਾਰ ਦੀ ਕਲਪਨਾ ਸਾਡੀ ਸੁਰਤ ਵਿੱਚ ਬਣ ਜਾਂਦੀ ਹੈ। ਜਿਹੋ ਜਿਹਾ ਤੁਸੀਂ ਆਪਣੀ ਸੁਰਤ ਤੋਂ ਵੇਖਦੇ ਹੋ, ਇਹ ਸੰਸਾਰ ਉਹੋ ਜਿਹਾ ਬਣ ਜਾਂਦਾ ਹੈ। ਅੱਖਾਂ ਨਾਲ ਕਈ ਵਾਰੀ ਵੇਖਿਆ ਕੁਝ ਹੋਰ ਹੁੰਦਾ ਹੈ, ਉਹਦੇ ਪਿੱਛੇ ਵਿਚਾਰ, ਉਹਦੇ ਪਿੱਛੇ ਭਾਵਨਾ, ਉਹਦੇ ਪਿੱਛੇ ਗੱਲ ਕੁਝ ਹੋਰ ਹੁੰਦੀ ਹੈ। ਇੱਕ ਬਚਨ ਤੁਸੀਂ ਪਾਵਨ ਬਾਣੀ ਵਿੱਚੋਂ ਪੜ੍ਹਦੇ ਵੀ ਹੋ, ਬਾਬਾ ਰਵਿਦਾਸ ਜੀ ਦਾ ਸ਼ਬਦ ਹੈ। ਬਾਬਾ ਜੀ ਕਹਿੰਦੇ ਨੇ, ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਅਸਲ ਵਿੱਚ ਜਦੋਂ ਅਸੀਂ ਆਪਣੀਆਂ ਅੱਖਾਂ ਨਾਲ, ਸੁਰਤ ਦੀ ਨਿਗਾਹ ਨਾਲ ਜੋ ਕੁਝ ਵੇਖਦੇ ਹਾਂ, ਇਹਨਾਂ ਅੱਖਾਂ ਨੂੰ ਉਹ ਕੁਝ ਨਜ਼ਰ ਆਉਂਦਾ ਹੈ। ਕਈ ਵਾਰੀ ਬੰਦਾ ਭਲੇ ਇਨਸਾਨ ਨੂੰ ਬੁਰਾ ਸਮਝ ਬੈਠਦਾ ਹੈ ਤੇ ਕਈ ਵਾਰੀ ਬੁਰੇ ਇਨਸਾਨ ਨੂੰ ਭਲਾ ਸਮਝ ਬੈਠਦਾ ਹੈ। ਕਾਰਨ ਕੀ ਹੈ? ਕਿਉਂਕਿ ਜੋ ਕੁਝ ਅੱਖਾਂ ਨਾਲ ਵੇਖਿਆ ਹੈ ਉਹ ਇਹਨੇ ਆਪਣੇ ਅੰਦਰ ਇਮੈਜਿਨ ਕਰਕੇ ਉਸ ਬੰਦੇ ਦੀ ਰਚਨਾ ਘਾੜਤ ਉਹੋ ਜੀ ਸੰਸਾਰ ਦੇ ਵਿੱਚ ਕੱਢ ਲਈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਅਸਲ ਵਿੱਚ ਇਹ ਜਗਤ ਇਹੋ ਜਿਹਾ ਜਿਹੋ ਜਿਹਾ ਤੁਸੀਂ ਆਪਣੀ ਸੁਰਤ ਰਾਹੀਂ ਇਹਨੂੰ ਵੇਖਦੇ ਹੋ। ਬਾਬਾ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਉਹ ਕਹਿੰਦੇ ਨੇ, ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖੇ। ਕਹਿੰਦੇ ਜੇ ਬੰਦਾ ਆਪ ਭਲਾ ਹੈ ਤੇ ਉਹ ਵੇਖੇਗਾ ਜਦੋਂ ਸੰਸਾਰ ਅੰਦਰ ਉਹਨੂੰ ਸਾਰੇ ਹੀ ਭਲੇ ਨਜ਼ਰ ਆਣਗੇ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਬੜੀ ਪਿਆਰੀ ਨਜ਼ਮ ਹੈ, ਗੱਲ ਥੋੜੀ ਜੀ ਸਮਝ ਵਿੱਚ ਆਏਗੀ। ਉਹਨਾਂ ਨੇ ਬਚਨ ਕੇ ਕਹਿਣ ਲੱਗੇ, ਅੱਖੀਓ ਤੱਕਣਾ ਸ਼ਾਨ ਤੁਹਾਡੀ, ਇਹ ਮੇਰੀ ਅੱਖੋ, ਇਸ ਸੰਸਾਰ ਵਿੱਚ ਰੱਬ ਨੇ ਤੁਹਾਨੂੰ ਸਰੀਰ ਨਾਲ ਲਾਇਆ ਸੰਸਾਰ ਨੂੰ ਵੇਖਣ ਦੇ ਲਈ, ਇਹ ਤੁਹਾਡੀ ਸ਼ਾਨ ਹੈ। ਅੱਖੀਓ ਤੱਕਣਾ ਸ਼ਾਨ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਤੁਹਾਨੂੰ ਕੌਣ ਰੋਕਦਾ ਸੰਸਾਰ ਨੂੰ ਵੇਖਣ ਤੋਂ? ਪਰ ਨਾਲ ਇੱਕ ਬਚਨ ਸੁਰਤ ਵਿੱਚੋਂ ਅੰਦਰੋਂ ਨਿਕਲਿਆ, ਕਹਿਣ ਲੱਗੇ, ਜਗਤ ਤਮਾਸ਼ਾ ਰੱਜ ਰੱਜ ਤੱਕੋ। ਇਸ ਜਗਤ ਦੀ ਰਚਨਾ ਦੇ ਤਮਾਸ਼ੇ ਨੂੰ ਤੁਸੀਂ ਰੱਜ ਰੱਜ ਕੇ ਵੇਖੋ। ਤੱਕਦੀਆਂ ਤੱਕਦੀਆਂ ਥੱਕੋ ਨਾ, ਵੇਖਦੀਆਂ ਵੇਖਦੀਆਂ ਤੁਸੀਂ ਥੱਕੋ ਵੀ ਨਾ। ਪਰ ਇਸ ਜਗ ਵਿੱਚ ਚੇਤੇ ਰੱਖਿਓ, ਇਸ ਤੱਕ ਦੇ ਅੰਦਰ ਜੋ ਤੁਸੀਂ ਵੇਖ ਰਹੀਆਂ, ਪਰ ਇਸ ਤੱਕ ਵਿੱਚ ਚੇਤੇ ਰੱਖਿਓ, ਮੈਲੀਆਂ ਮੂਲ ਨਾ ਹੋਇਓ, ਤੁਸੀਂ ਮੈਲੀਆਂ ਨਾ ਕਿਤੇ ਹੋ ਜਾਇਓ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੜੇ ਪਿਆਰੇ ਅਮੋਲਕ ਬਚਨ ਨੇ। ਉਹ ਕਹਿੰਦੇ ਨੇ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਸਾਦੀ ਜੀਬ ਨਾ ਰੱਜੀਆਂ ਕਰ ਭੋਗ ਵਿਲਾਸੇ। ਅੱਖਾਂ ਨਹੀਂ ਰੱਜਦੀਆਂ ਜੀ ਸੰਸਾਰ ਦੇ ਤਮਾਸ਼ੇ ਰੰਗ ਵੇਖ ਕੇ। ਇੱਕ ਅੱਖਾਂ ਕਹਿੰਦੀਆਂ ਨੇ ਮੈਨੂੰ ਹੋਰ ਸੰਸਾਰ ਦੇ ਰੰਗ, ਅੱਖਾਂ ਦੀ ਜੋਤ ਚਲੀ ਗਈ ਪਰ ਇਹਨਾਂ ਦੇ ਅੰਦਰ ਵੇਖਣ ਦੀ ਲਾਲਸਾ ਨਹੀਂ ਖਤਮ ਹੋਈ। ਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਵੇਖੋ ਤੁਹਾਨੂੰ ਤੱਕਣ ਤੋਂ ਕੋਈ ਨਹੀਂ ਰੋਕਦਾ, ਪਰ ਇਹਨਾਂ ਕੁ ਧਿਆਨ ਵਿੱਚ ਰੱਖਿਓ ਵੀ ਮੈਲੀਆਂ ਮੂਲ ਨਾ ਹੋਇਓ। ਜਗਤ ਸੁਆਮੀ ਦੇ ਅੰਮ੍ਰਿਤ ਨੂੰ, ਜਿਹੜਾ ਉਸ ਮਾਲਕ ਨੇ ਅੰਮ੍ਰਿਤ ਪੈਦਾ ਕੀਤਾ ਤੁਹਾਡੇ ਅੰਦਰ, ਕਹਿਣ ਲੱਗੇ ਜਗਤ ਸੁਆਮੀ ਦੇ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਤੱਕਿਓ ਨਾ। ਬਸ ਕਿਤੇ ਨਾ ਹੋਵੇ ਕਿ ਅੰਮ੍ਰਿਤ ਨੂੰ ਤੁਸੀਂ ਜ਼ਹਿਰ ਬਣਾ ਕੇ ਹੀ ਪੀਂਦੇ ਰਹੋ। ਸੱਚੇ ਗੁਰਮੁਖੋ, ਬੰਦੇ ਦੇ ਅੰਦਰ ਦੀ ਸੋਚ ਹੀ ਇਹਦੀ ਦ੍ਰਿਸ਼ਟ ਬਣਦੀ ਹੈ। ਕਿਸੇ ਰੁੱਖ ਦੇ ਥੱਲੇ, ਬੜਾ ਸੋਹਣਾ ਰੁੱਖ, ਅੱਤ ਦੀ ਗਰਮੀ ਸਾਧ ਸੰਗਤ, ਗਰਮੀ ਦੀ ਰੁੱਤ ਵਿੱਚ ਉਸ ਸੂਰਜ ਦੀ ਤਪਸ਼ ਤੋਂ ਬਚਣ ਦੇ ਲਈ ਇਨਸਾਨ ਰਾਹਗੀਰ ਲੰਘਦਾ ਉਸ ਰੁੱਖ ਦੇ ਥੱਲੇ ਆ ਕੇ ਬਹਿ ਗਿਆ। ਉਹ ਰੁੱਖ ਦੇ ਥੱਲੇ ਬੈਠਾ, ਉਹਨੇ ਥੱਲੇ ਆਪਣਾ ਕੱਪੜਾ ਵਿਛਾਇਆ ਤੇ ਲੇਟ ਗਿਆ। ਹੁਣ ਜਦੋਂ ਰੁੱਖ ਵੱਲ ਉੱਪਰ ਵੇਖਦਾ, ਤੱਕਦਾ, ਉਹਨੂੰ ਰੁੱਖ ਦੇ ਉੱਤੇ ਲੱਗੇ ਹੋਏ ਫਲ ਨਜ਼ਰ ਆਏ। ਇਹਨੂੰ ਭੁੱਖ ਬੜੀ ਲੱਗੀ ਸੀ, ਇਹਨੇ ਰੁੱਖ ਤੋਂ ਫਲ ਤੋੜੇ ਤੇ ਖਾ ਲਏ। ਉਸ ਰੁੱਖ ਦੇ ਲੱਗੇ ਫਲਾਂ ਨੇ ਇਹਦੀ ਭੁੱਖ ਮਿਟਾਈ। ਇਹਨੇ ਰੱਬ ਦਾ ਸ਼ੁਕਰ ਕੀਤਾ ਕਿ ਮੇਰੇ ਮਾਲਕ ਤੇਰਾ ਸ਼ੁਕਰ ਹੈ
ਇੱਕ ਤੇ ਇਸ ਰੁੱਖ ਦੀ ਛਾਂ ਜਿਨੇ ਮੈਨੂੰ ਧੁੱਪ ਤੋਂ ਬਚਾਇਆ, ਦੂਜਾ ਇਹਦੇ ਤੇ ਲੱਗੇ ਇਹ ਫਲ ਜਿਨੇ ਮੇਰੀ ਭੁੱਖ ਨੂੰ ਮਿਟਾਇਆ। ਇਹਨੇ ਨੂੰ ਇੱਕ ਬੰਦਾ ਹੋਰ ਇਸ ਰੁੱਖ ਦੇ ਥੱਲੇ ਆ ਕੇ ਬੈਠਾ ਹੈ। ਇਹ ਸੰਗੀਤ ਦਾ ਪ੍ਰੇਮੀ ਸੀ, ਕਿਤੋਂ ਸੰਗੀਤ ਦੀ ਮਹਿਫਲ ਤੋਂ ਆਇਆ। ਇਹ ਰੁੱਖ ਦੇ ਥੱਲੇ ਬੈਠਾ ਹਵਾ ਦੀ ਰੁਮਕ ਦੇ ਨਾਲ ਪੱਤੇ ਜਦੋਂ ਆਪਸ ਦੇ ਵਿੱਚ ਟਕਰਾਏ, ਪੱਤਿਆਂ ਦੇ ਟਕਰਾਣ ਦੇ ਨਾਲ ਜਿਹੜੀ ਉਹਦੇ ਵਿੱਚੋਂ ਸਾਊਂਡ ਰਿਦਮ ਪੈਦਾ ਹੋਈ, ਜਦੋਂ ਉਹ ਰਿਦਮ ਸਾਊਂਡ ਇਹਦੇ ਕੰਨਾਂ ਵਿੱਚ ਵੱਜੀ, ਇਹ ਝੂਮ ਉੱਠਿਆ, ਇਹਦਾ ਸਿਰ ਹਿਲਣ ਲੱਗ ਪਿਆ। ਕਹਿੰਦਾ ਵਾਹ ਮੇਰਿਆ ਰੱਬਾ, ਮੈਂ ਤੇ ਸੋਚਣਾ ਸਾਂ ਵੀ ਰਿਦਮ ਜਾਂ ਸਾਊਂਡ ਇਹ ਸਿਰਫ ਕਿਸੇ ਬਣਾਏ ਸਾਜ਼ ਤੰਤੀ ਸਾਜ਼ ਦੇ ਅੰਦਰ ਏ, ਪਰ ਮੇਰੇ ਮਾਲਕ ਤੇਰੀ ਬਣਾਈ ਤੇ ਕੁਦਰਤ ਆ ਰੁੱਖ ਵੀ ਸੱਚ ਵਿੱਚ ਇਹ ਵੀ ਕਿੱਡੀ ਸੋਹਣੀ ਰਿਦਮ ਦਿੰਦਾ ਪਿਆ। ਇਹਦੇ ਅੰਦਰੋਂ ਕਿੰਨਾ ਸੋਹਣਾ ਰਾਗ ਨਿਕਲਦਾ ਪਿਆ। ਇੰਨੇ ਨੂੰ ਇੱਕ ਤੀਜਾ ਆਦਮੀ ਉਸ ਰੁੱਖ ਦੇ ਥੱਲੇ ਆ ਕੇ ਬੈਠਾ। ਇਹ ਕਿਸੇ ਨਾਲ ਝਗੜਾ ਕਰਕੇ ਆਇਆ ਸੀ ਜੀ। ਇਹਨੇ ਆਖਿਆ ਥੋੜੀ ਦੇਰ ਰੁੱਖ ਥੱਲੇ ਆਰਾਮ ਕਰਾਂ। ਹਵਾ ਬੜੀ ਤੇਜ਼ ਚੱਲਦੀ ਸੀ, ਪੱਤੇ ਆਪਸ ਵਿੱਚ ਟਕਰਾਏ, ਖਏ, ਤੇ ਪੱਤਿਆਂ ਦੇ ਖਹਿਣ ਦੀ ਆਵਾਜ਼ ਜਦੋਂ ਇਹਦੇ ਕੰਨਾਂ ਵਿੱਚ ਪਈ, ਇਹ ਕਹਿੰਦਾ ਵਾਹ ਮੇਰਿਆ ਰੱਬਾ, ਬਾਹਰ ਨਿਕਲੋ ਤਾਂ ਲੜਾਈ, ਘਰ ਜਾਓ ਤਾਂ ਲੜਾਈ। ਥੋੜੀ ਦੇਰ ਤੇਰੇ ਰੁੱਖ ਦੀ, ਤੇਰੀ ਪ੍ਰਕਿਰਤੀ ਦੀ ਗੋਦ ਵਿੱਚ ਆ ਕੇ ਬੈਠਾ ਸਾਂ, ਮੈਂ ਸੋਚਣਾ ਸਾਂ ਇਕੱਲੇ ਬੰਦੇ ਹੀ ਲੜਦੇ ਨੇ ਤੇ ਰੁੱਖ ਦੇ ਪੱਤੇ ਵੀ ਆਪਸ 'ਚ ਲੜੀ ਜਾਂਦੇ ਨੇ। ਸੱਚ ਵਿੱਚ ਬੰਦੇ ਦੀ ਫਿਤਰਤ ਸੁਭਾਅ ਉਹਦੇ ਵੇਖਣ ਤੇ ਖੜਾ ਹੈ। ਇਹ ਹਕੀਕਤ ਹੈ ਗੁਰਮਖੋ। ਰਾਬੀਆ ਇਹ ਇਸਲਾਮ ਦੇ ਅੰਦਰ ਬੜੀ ਪੂਜਨੀਕ ਔਰਤ ਹੋਈ ਏ। ਇਹਨਾਂ ਨੂੰ ਬੜਾ ਉੱਚਾ ਦਰਜਾ ਮਿਲਿਆ। ਇੱਕ ਦਿਨ ਬੈਠ ਕੇ ਲਾਇਬ੍ਰੇਰੀ ਵਿੱਚ ਪਾਵਨ ਪਵਿੱਤਰ ਕਿਤਾਬ ਪੜ੍ਹ ਰਹੇ ਸਨ। ਉਸ ਕਿਤਾਬ ਦੇ ਅੰਦਰ ਕੁਝ ਬੋਲ ਲਿਖੇ ਹੋਏ ਸਨ। ਉਸ ਦੀਆਂ ਪੰਕਤੀਆਂ ਸਨ ਵੀ ਪਰਮਾਤਮਾ ਅਕਾਲ ਪੁਰਖ ਰੱਬ ਜੀ ਨੇ, ਅੱਲਾਹ ਤਾਲਾ ਨੇ ਇਸ ਸੰਸਾਰ ਦੇ ਅੰਦਰ ਪਵਿੱਤਰ ਰੂਹਾਂ ਬਣਾਈਆਂ ਨੇ, ਤੇ ਜਿੱਥੇ ਪਵਿੱਤਰ ਰੂਹਾਂ ਬਣਾਈਆਂ ਨੇ ਉਹਨੇ ਸ਼ੈਤਾਨ ਵੀ ਬਣਾਏ ਨੇ। ਜਦੋਂ ਉਹਨੇ ਇੰਨੀ ਗੱਲ ਪੜ੍ਹੀ, ਇਹ ਜਿਹੜੀ ਸ਼ੈਤਾਨ ਬਣਾਏ ਨੇ ਇਹ ਵਾਲੀ ਗੱਲ ਉਹਨੇ ਆਪਣੀ ਪੈਨਸਲ ਦੇ ਨਾਲ ਉੱਤੇ ਲੀਕ ਮਾਰ ਦਿੱਤੀ। ਉਹ ਜਿਹੜਾ ਲਾਇਬ੍ਰੇਰੀ ਦਾ ਓਨਰ ਸੀ, ਉਹ ਕਿਤਾਬ ਜਦੋਂ ਉਹਨੇ ਵੇਖਿਆ ਵੀ ਇਹਦੇ ਕਿਤਾਬ ਦੇ ਉੱਪਰ ਇਹਨਾਂ ਪੰਕਤੀਆਂ ਤੇ ਲੈਣਾ ਵੱਜੀਆਂ ਨੇ, ਉਹਦਾ ਧਿਆਨ ਗਿਆ ਰਾਬੀਆ ਵੱਲ। ਉਹਨੇ ਬੁਲਾਇਆ, ਉਹਨੇ ਪੁੱਛਿਆ ਵੀ ਕੀ ਕਾਰਨ, ਵੀ ਆ ਤੁਸੀਂ ਲੈਣਾ ਮਾਰੀਆਂ ਨੇ? ਉਹ ਕਹਿਣ ਲੱਗੀ ਹਾਂਜੀ, ਇਸ ਪੰਕਤੀ ਨੂੰ ਮੈਨੂੰ ਠੀਕ ਨਹੀਂ ਲੱਗੀ, ਇਸ ਕਰਕੇ ਮੈਂ ਇਹਦੇ ਤੇ ਲੈਣ ਮਾਰ ਦਿੱਤੀ। ਉਹ ਕਹਿਣ ਲੱਗੇ ਵੀ ਇਹਦੇ ਤੇ ਤੁਹਾਨੂੰ ਹੱਕ ਨਹੀਂ ਲੈਣਾ ਮਾਰਨ ਦਾ। ਰਾਬੀਆ ਨੇ ਇੱਕੋ ਹੀ ਗੱਲ ਪੁੱਛੀ, ਕਹਿਣ ਲੱਗੇ ਮੈਨੂੰ ਗੱਲ ਇਸ ਕਰਕੇ ਚੰਗੀ ਨਹੀਂ ਲੱਗੀ, ਇਹਦੇ 'ਚ ਲਿਖਿਆ ਸੀ ਵੀ ਪਰਮਾਤਮਾ ਨੇ ਸ਼ੈਤਾਨ ਵੀ ਬਣਾਏ ਨੇ ਤੇ ਪਰਮਾਤਮਾ ਨੇ ਪਵਿੱਤਰ ਰੂਹਾਂ ਵੀ ਬਣਾਈਆਂ ਨੇ, ਤੇ ਮੈਂ ਤੁਹਾਨੂੰ ਪੁੱਛਣੀ ਚਾਹਨਾ ਵੀ ਜੇ ਪਰਮਾਤਮਾ ਨੇ ਪਵਿੱਤਰ ਰੂਹਾਂ ਬਣਾਈਆਂ ਨੇ ਤੇ ਫਿਰ ਉਹਨੂੰ ਕੀ ਜ਼ਰੂਰਤ ਸੀ ਵੀ ਉਹਨੇ ਸ਼ੈਤਾਨ ਕਿਉਂ ਬਣਾਏ? ਤੇ ਜੇ ਉਹਨੇ ਸ਼ੈਤਾਨ ਬਣਾਏ ਨੇ ਜਾਂ ਜੇ ਉਹਨੇ ਸ਼ੈਤਾਨ ਨਹੀਂ ਬਣਾਏ, ਫਿਰ ਇਹਦਾ ਮਤਲਬ ਹੈ ਵੀ ਰੱਬ ਤੋਂ ਵੀ ਵੱਡੀ ਕੋਈ ਤਾਕਤ ਹੈ। ਅਸਲ ਵਿੱਚ ਰਾਬੀਆ ਕਹਿਣ ਲੱਗੀ ਉਸ ਪਿਆਰ ਭਰੇ ਇਨਸਾਨ ਨੂੰ, ਜਿਹੜਾ ਓਨਰ ਸੀ, ਕਹਿਣ ਲੱਗੀ ਇਹ ਬੰਦੇ ਦਾ ਆਪਣਾ ਨਜ਼ਰੀਆ ਹੈ, ਉਹ ਆਪਣੀ ਸੁਰਤ ਦੀਆਂ ਅੱਖਾਂ ਦੇ ਨਾਲ, ਇਹਨਾਂ ਨੇਤਰਾਂ ਨਾਲ ਕਿਸੇ ਬੰਦੇ ਨੂੰ ਕਿਹੋ ਜਿਹਾ ਵੇਖਦਾ ਹੈ। ਇਹ ਉਹਦੇ ਆਪਣੇ ਅੰਦਰ ਦੀ ਸੁਰਤ ਹੈ। ਇਹ ਮੈਲ ਵੇਖਣਾ ਚਾਹੁੰਦਾ ਹੈ, ਚੰਗਿਆਈ ਵੇਖਣਾ ਚਾਹੁੰਦਾ ਹੈ, ਬੁਰਾਈ ਵੇਖਣਾ ਚਾਹੁੰਦਾ ਹੈ। ਤਾਂ ਹੀ ਮੇਰੇ ਸਤਿਗੁਰ ਨੇ ਪਾਵਨ ਬਾਣੀ ਦੇ ਅੰਦਰ ਵੀ ਬੜੇ ਪਿਆਰੇ ਅੰਮ੍ਰਿਤ ਬਚਨ ਕਹੇ। ਸਭ ਕਹਿੰਦੇ ਨੇ ਕਿ ਬੁਰਾ ਭਲਾ ਕੋ ਕਿਸ ਕੋ ਕਹੀ ਹੈ, हे ਮੇਰੇ ਮਾਲਕ ਮੈਂ ਕਿਹਨੂੰ ਆਖਾਂ ਵੀ ਆ ਬੁਰਾ ਹੈ, ਕਿਹਨੂੰ ਆਖਾਂ ਆ ਭਲਾ ਹੈ। ਬਾਬਾ ਫਰੀਦ ਕਬੀਰ ਸਾਹਿਬ ਜੀ ਦੇ ਬਚਨ ਤੁਸੀਂ ਆਮ ਪੜ੍ਹਦੇ ਵੀ ਹੋ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਕਾ ਭਰਮ ਨਾ ਭੁੱਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੇ ਉਸ ਰਬ ਠਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬੁਰਾ ਭਲਾ ਕੋ ਕਿਸ ਕੋ ਕਹੀ ਹੈ, ਦਿਸੈ ਬ੍ਰਹਮ ਗੁਰਮੁਖ ਸਚ ਲਹੀ ਹੈ। ਬ੍ਰਹਮ ਦਿਸੈ ਭਾਵ ਇਹਨਾਂ ਨੇਤਰਾਂ ਦੇ ਨਾਲ ਜਦੋਂ ਗੁਰੂ ਦੇ ਨਜ਼ਰੀਏ ਨਾਲ ਵੇਖੇਗਾ ਤੈਨੂੰ ਚਾਰੇ ਪਾਸੇ ਬ੍ਰਹਮ ਦਿਸੈ, ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਤੈਨੂੰ ਸਮਝ ਆ ਜਾਏਗੀ ਵੀ ਬ੍ਰਹਮ ਤੈਨੂੰ ਨਜ਼ਰ ਆਏਗਾ, ਪਰਮਾਤਮਾ ਦਿਸੇਗਾ ਤੈਨੂੰ, ਪਰਮਾਤਮਾ ਹੀ ਤੇਰੇ ਕੰਨਾਂ ਵਿੱਚ ਗੂੰਜੇਗਾ। ਸਿਰਫ ਤੇਰੇ ਸਾਹਮਣੇ ਇੱਕ ਕਰਤਾ ਹੀ ਤੈਨੂੰ ਚਾਰੇ ਪਾਸੇ ਖਲਕਤ ਵਿੱਚੋਂ ਨਜ਼ਰ ਆਏਗਾ। ਜਿੱਦਣ ਤੂੰ ਮਾਲਕ ਦੀ ਦ੍ਰਿਸ਼ਟੀ ਨਾਲ ਵੇਖੇਗਾ। ਹਾਂ, ਅੱਖਾਂ ਰੱਬ ਨੇ ਤੈਨੂੰ ਦਿੱਤੀਆਂ ਨੇ, ਸੁਰਤ ਰੱਬ ਨੇ ਤੈਨੂੰ ਦਿੱਤੀ ਹੈ। ਜੇ ਨਾ ਸੁਰਤ ਦੇ ਨਾਲ
ਤੂੰ ਸੰਸਾਰ ਨੂੰ ਆਪਣੇ ਢੰਗ ਨਾਲ ਵੇਖੇਂਗਾ, ਤੈਨੂੰ ਕੋਈ ਬੁਰਾ ਨਜ਼ਰ ਆਏਗਾ, ਕੋਈ ਭਲਾ ਨਜ਼ਰ ਆਏਗਾ, ਕੋਈ ਐਬੀ ਨਜ਼ਰ ਆਏਗਾ, ਕੋਈ ਚੰਗਾ ਨਜ਼ਰ ਆਏਗਾ, ਕੋਈ ਸ਼ੈਤਾਨ ਨਜ਼ਰ ਆਏਗਾ, ਕੋਈ ਰੱਬ ਦੀ ਰੂਹ ਨਜ਼ਰ ਆਏਗੀ। ਪਰ ਜਿੱਦਨ ਇਸੇ ਦ੍ਰਿਸ਼ਟੀ ਨੂੰ ਪ੍ਰਮਾਤਮਾ ਅਕਾਲ ਪੁਰਖ ਦੀ ਦ੍ਰਿਸ਼ਟੀ ਨਾਲ ਵੇਖੇਂਗਾ, ਫਿਰ ਤੈਨੂੰ ਸਮਝ ਆ ਜਾਏਗੀ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਹੇ। ਕਿ ਫਰੀਦ ਉਹ ਖਾਲਕ ਇਸ ਖਲਕਤ ਦੇ ਅੰਦਰ ਆਪ ਵਸਦਾ ਹੈ। ਸਤਿਗੁਰ ਕਿਰਪਾ